ਚਾਹੇ ਮੇਰੀ ਗੱਲ ਤੇ ਮੇਰੇ ਦੂਜੇ ਸਾਥੀ ਨਾ मेरी गल ते आउण, ਲੱਖੇ ਨੂੰ ਉਸ ਦਾ ਇੱਕ ਹਿੱਸਾ ਬਣਨਾ ਚਾਹੀਦਾ। ਦੂਜੀ ਸਰਕਾਰ ਕਿਹੜਾ ਚੰਗੀ ਹੋਊ ਜੇ ਉਦੋਂ ਮਾੜੀ ਆ ਗਈ ਫਿਰ ਅਸੀਂ ਦੁਬਾਰੇ ਲੜਾਂਗੇ। ਜਿਹੜਾ ਬਾਰ-ਬਾਰ ਸਰਕਾਰ ਕਹਿੰਦੀ ਹੈ ਇਹ ਤਾਂ ਆੜ੍ਹਤੀਆਂ ਨੇ ਲੁੱਟ ਕੇ ਖਾ ਲਈ ਜੀ, ਇਹ ਤਾਂ ਆੜ੍ਹਤੀਆਂ ਕਿੰਨੇ ਲੋਕ ਕੰਮ ਕਰਦੇ ਨੇ, ਇੱਕ ਆੜ੍ਹਤੀਏ ਦੇ ਨਾਲ 5 ਬੰਦੇ ਕੰਮ ਕਰਦੇ ਨੇਗੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ ਗਿੱਦੜਬਾਹਾ ਵਿਖੇ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਿਤ ਕਰਦੇ ਕਿਹਾ ਕਿ ਕਿਸਾਨ ਅੰਦੋਲਨ ਅਜੇ ਹੋਰ ਲੰਬਾ ਚੱਲੇਗਾ। ਉਹਨਾਂ ਨੇ ਕਿਸਾਨਾਂ ਨੂੰ ਇਕਜੁੱਟ ਹੋ ਕੇ ਸੰਘਰਸ਼ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ 2 ਜ਼ਿੰਮੇਵਾਰੀਆਂ ਹਨ, ਹਾੜੀ ਦੀ ਫਸਲ ਵੀ ਸੰਭਾਲਣੀ ਹੈ ਅਤੇ ਸੰਘਰਸ਼ ਵਿੱਚ ਵੀ ਯੋਗਦਾਨ ਪਾਉਣਾ ਹੈ ਤੇ ਕਿਸਾਨ ਇਸ ਲਈ ਤਿਆਰ ਹਨ। ਰਕੇਸ਼ ਟਕੈਤ ਦੇ ਬਿਆਨਾਂ ਤੇ ਸੰਬੰਧੀ ਰੁਲਦੂ ਸਿੰਘ ਨੇ ਕਿਹਾ ਕਿ ਜੇਕਰ ਟਰੈਕਟਰਾਂ ਰਾਹੀਂ ਸੰਸਦ ਘੇਰਨ ਜਾਂ ਹੋਰ ਫੈਸਲੇ ਸੰਯੁਕਤ ਮੋਰਚੇ ਵੱਲੋਂ ਲਏ ਜਾਂਦੇ ਹਨ ਤਾਂ ਸਾਰੇ ਜਥੇਬੰਦੀਆਂ ਇਸ ਦੇ ਪੈਰਾ ਦੇਣਗੀਆਂ। ਬੀਤੇ ਦਿਨੀ ਮਹਿਰਾਜ ਵਿੱਚ ਲੱਖਾ ਸਿਧਾਣਾ ਦੇ ਹੱਕ ਵਿੱਚ ਹੋਏ ਇਕੱਠ ਸੰਬੰਧੀ ਰੁਲਦੂ ਸਿੰਘ ਨੇ ਕਿਹਾ ਕਿ ਉਹ ਇਹਨਾਂ ਦੀ ਨਿੱਜੀ ਰਾਏ ਹੈ ਕਿ ਹੁਣ ਜੋ ਵੀ ਇਕੱਠ ਹੋ ਰਹੇ ਹਨ ਉਹ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਹੀ ਹਨ, ਪਰ ਉਹਨਾਂ ਦੀ ਰਾਏ ਹੈ ਕਿ ਲੱਖਾ ਸਿਧਾਣਾ ਨਾਲ ਨੌਜਵਾਨ ਜੁੜੇ ਹਨ। ਮੇਰੇ ਕਿਸਾਨ ਵੀਰ, ਮਜ਼ਦੂਰ ਵੀਰ ਤੇ ਸਾਡੀਆਂ ਭੈਣਾਂ ਅੰਦੋਲਨ ਦੇ ਵਿੱਚ ਜੇ ਕਹਿ ਦਈਏ ਘਰ ਛੱਡਿਆਂ ਨੂੰ 6ਵਾਂ ਮਹੀਨਾ ਸ਼ੁਰੂ ਹੋ ਗਿਆ। ਉਮਰ ਕਾਫੀ ਹੈ, ਉਮਰ ਦਾ ਵੀ ਡੰਗ ਲੈ ਜਾਂਦਾ। ਮੇਰਾ ਅੱਜ ਤੋਂ 3 ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ, ਚੂੜਾ ਟੁੱਟਿਆ ਹੋਇਆ। मेरा ख्याल है मीरा ने बहुत वधिया हसाया तो मेरा ख्याल है भी मैनू गल कहनी पो, मोदी सोच ले साडा इन्हां नूं बड़ा फर्क नहीं है लीडर ते मीरा नाल, जे गल कह दी। मैं तुहाडे नाल 2-3 मुद्दों पर गल साझी करनी है। गल समझ आती है मैनू, पहले ऐसी भी समझ नहीं आती गल नहीं, ठीक है मैं बात नहीं करनी। अंदोलन किसी मैं भी खमनी ऐ चल पिया भी खमनी हवा च गल्लां है। पहला तो सारे लीडर का जिहड़े इस अंदोलन के मोढी ने, खास करके मैं पंजाब वाले की गल करा, 40-40 साल का तजर्बा, हमेशा वास्ते जथेबंदी वो चीज़ नहीं होंगी भी आलूआं की बोरी है, आलू बोरी च पा लो, उत्तों मूँह बंद दो भी जथेबंदी बन गई, तो मूँह खोल दो आलू खड़ जाएंगे जथेबंदी खड़ी। ये एक विचार इकट्ठे होंगे ने, ਅੱਡੋ ਅੱਡੀ ਜਥੇਬੰਦੀਆਂ ਦੇ ਵਿੱਚ ਆਪਦੇ ਵਿਚਾਰਾਂ ਮੁਤਾਬਕ ਪੰਜਾਬ ਦੇ ਵਿੱਚ 34-35 ਜਥੇਬੰਦੀਆਂ ਆਪਦੇ ਹਿਸਾਬ ਮੁਤਾਬਕ ਸੰਘਰਸ਼ ਲੜ ਰਹੀਆਂ ਨੇ। ਉਹਦੇ ਵਿੱਚੋਂ 2 ਵੱਡੇ ਗਰੁੱਪ ਬਣਾ ਕੇ ਲੜ ਰਹੀਆਂ ਸੀ। ਇੱਕ 13 ਜਥੇਬੰਦੀਆਂ ਦਾ ਗਰੁੱਪ ਸੀਗਾ, ਇੱਕ 12 ਦਾ। ਅਸੀਂ ਲੰਮੇ ਸਮੇਂ ਤੋਂ ਇਹ ਗੱਲ ਨੂੰ ਅਸੀਂ ਡੀਕ ਰਹੇ ਸੀ ਵੀ ਕੋਈ ਦਿਨ ਆਊਗਾ ਲੜਨ ਦਾ, ਜਿਵੇਂ ਭੈਣਾਂ ਗੀਤ ਗਾਉਂਦੀਆਂ ਆ, ਬੰਨਾ ਬੰਨੀ ਬਾਹਰ ਨਹੀਂ ਖੜੇ, ਪਾਣੀ ਬਾਹਰ ਬੰਨੇ ਦੀ ਮਾਏ, ਉਹ ਦਿਨ ਡੀਕਦਿਆਂ ਨੂੰ ਆਏ। ਅਸੀਂ ਸੋਚਿਆ ਵੀ ਆਪਦੇ ਵਿਚਾਰਾਂ ਨੂੰ ਪਾਸੇ ਰੱਖ ਦਈਏ ਤੇ ਦੇਸ਼ ਦੇ ਉੱਤੇ ਇੱਕ ਵੱਡੀ ਮਾਰ ਪੈਣ ਜਾ ਰਹੀ ਹੈ। ਰਾਜਿਆਂ ਨਾਲ ਗੱਲ ਕਰੀ ਵੀ ਤੁਹਾਡਾ 13 ਦਾ ਗਰੁੱਪ ਹੈ, ਵੀ ਅਸੀਂ ਫੈਸਲਾ ਕਰ ਲਿਆ ਜਿਹੜੇ ਅਸੀਂ ਕੁਝ ਕਰਨਾ ਚਾਹੁੰਦੇ ਸੀ 12 ਜਥੇਬੰਦੀਆਂ ਵਾਲੇ, ਅਸੀਂ ਉਹ ਆਪਦੇ ਵਿਚਾਰ ਪਾਸੇ ਰੱਖਤੇ, ਹੁਣ ਆਪਾਂ ਨੇ ਇੱਕ ਮੁੱਦੇ ਤੇ ਲੜਨਾ। ਇਹੀ ਗੱਲ ਰਾਜਾ ਸਾਹਿਬ ਤੇ ਉਹਦੇ ਨਾਲ ਦੇ ਸਾਥੀਆਂ ਨੇ ਕਹੀ। ਅੰਦੋਲਨ ਲਈ ਹੋ ਲਾਦਾ
ਬੜੇ ਦੁੱਖ ਨਾਲ ਗੱਲ ਕਹਿਣੀ ਪੈਂਦੀ ਹੈ। ਅਸੀਂ ਸਾਰੇ ਵਿਚਾਰ ਆਪਣੇ ਪਾਸੇ ਰੱਖ ਕੇ ਅਸੀਂ ਹੁਣ ਪੰਜਾਬ ਤੋਂ ਅੰਦੋਲਨ ਸ਼ੁਰੂ ਕੀਤਾ ਤੇ ਮੇਰੇ ਕਿਸਾਨ ਵੀਰੋ ਪੰਜਾਬ ਦੇ ਵਿੱਚ ਨਾਲ ਬਰਾਬਰ ਤੇ ਪਲੈਨਿੰਗ ਚਲਾਤੀ ਵੀ ਅੰਦੋਲਨ ਫੇਲ ਕਰਨਾ। ਜੋ 84 ਚ ਹੋਇਆ ਉਹ ਕਰਨਾ, ਜੋ ਬਲੂ ਸਟਾਰ ਬਣੇ ਹੋਏ ਆ ਉਹ ਕਰਨਾ, ਬਰਾਬਰ ਤੇ ਪਲੈਨਿੰਗ ਚੱਲ ਉਹ ਚੱਲਦੀ ਚੱਲਦੀ ਪਲੈਨ ਦਿੱਲੀ ਚਲੇ ਗਏ। ਬਾਕਾਇਦੇ ਸਰਕਾਰ ਨੇ ਉੱਥੇ ਮੂਹਰਲੇ ਪਾਸੇ ਟਰੈਕਟਰ ਖੜਾਉਣ ਵਾਸਤੇ 900 ਕਿੱਲੇ ਦਾ ਪਾਰਕ ਦੇਤਾ ਸੀ। ਜਿਹੜੇ ਲੋਕ ਲੀਡਰ ਸੀ ਲੋਕਾਂ ਨੂੰ ਲੈ ਕੇ ਗਏ ਸੀ, ਜਿਹੜੇ ਘੱਟੋ ਘੱਟ ਅਸੀਂ ਸੋਚਦੇ ਜੀ ਮਾੜੇ ਤੋਂ ਮਾੜਾ ਟਰੈਕਟਰ 5 ਲੱਖ ਦਾ ਤੇ ਵੱਡੇ ਤੋਂ ਵੱਡਾ ਟਰੈਕਟਰ 10 ਲੱਖ ਦਾ ਵੀ ਕਿਸਾਨਾਂ ਨੂੰ ਦਬਾਉਣ ਆਇਆ, ਕੁਛ ਨੁਕਸਾਨ ਨਾ ਹੋ ਜਾਏ ਕਿਤੇ। ਤੁਹਾਡੇ ਚੇਤੇ ਹੋਣਾ ਚਾਹੀਦਾ ਜੇ ਕੋਈ ਬਠਿੰਡੇ ਜ਼ਿਲ੍ਹਾ ਸੰਬੰਧ ਰੱਖਿਆ 200 ਟਰੈਕਟਰ ਬਣਾਇਆ ਤੇ ਅਸੀਂ ਬਠਿੰਡੇ ਤੇ ਮੁੜ ਕੇ ਜਥੇਬੰਦੀ ਨਹੀਂ ਬਣੀ ਸੀ। ਸਾਡੇ ਦਿਮਾਗ 'ਚੋਂ ਕਿਹੜੇ ਗੱਲ ਖਾ ਰਹੀ ਸੀ। ਮੈਂ ਖੁਦ ਆਪ ਗੱਲ ਕਰੀ ਪ੍ਰਸ਼ਾਸਨ ਨਾਲ ਦਿੱਲੀ ਦੇ ਨਾਲ ਵੀ ਸਾਨੂੰ ਜਗ੍ਹਾ ਕਿੱਥੇ ਦਿੰਦੇ ਹੋ, ਕਹਿੰਦੇ ਤੁਸੀਂ ਕਿੱਥੇ ਮੰਗਦੇ ਹੋ। ਮੈਂ ਕਿਹਾ ਵੀ ਰਾਮਲੀਲਾ ਗਰਾਊਂਡ ਦਿਓ। ਕਹਿੰਦੇ ਰਾਮਲੀਲਾ ਗਰਾਊਂਡ ਤਾਂ ਨਹੀਂ ਦਿੰਦੇ, ਉਹਦਾ ਨਾਮ ਬਗਰਾੜੀ ਜਿਹਦੇ ਨਾਂ ਉੱਤੇ ਪੈਂਦਾ ਉਹ ਪਾਰਕ ਦਾ ਨਾਮ ਬਰਾੜੀ ਹਾਂ ਬਰਾੜੀ ਵੀ ਉਹ ਦੇ ਦਿੰਦੇ ਆ। ਤੁਹਾਡੇ ਕਹਿਣ ਤੇ ਪੰਜਾਬ ਸਰਕਾਰ ਦੇ ਕਹਿਣ ਤੇ ਅਸੀਂ ਮਾਲ ਗੱਡੀਆਂ ਛੱਡੀਆਂ, ਗਲੀਆਂ ਚੜਾਊ ਰੋਕੀਆਂ ਤੇ ਬੰਦ ਕਿਉਂ ਕਰਤੀਆਂ। ਉਹਨਾਂ ਨੇ ਸੈਂਟਰ ਸਰਕਾਰ ਨਾਲ ਗੱਲ ਕਰੀ, ਉਹ ਕਹਿੰਦੇ ਵੀ ਚਲਾ ਤਾਂ ਦੇਈਏ, ਇਹ ਸਟੇਸ਼ਨ ਤੇ ਬੈਠੇ ਨੇ, ਸਟੇਸ਼ਨਾਂ ਤੇ। ਅਸੀਂ ਫੈਸਲਾ ਕਰ ਲਿਆ ਵੀ ਸਟੇਸ਼ਨਾਂ ਨੂੰ ਛੱਡ ਕੇ ਮਗਰਲੇ ਪਾਰਕਾਂ ਚੱਲ। ਤੁਸੀਂ ਜੇ ਤੁਹਾਡੇ ਤੇ ਕਿਤੇ ਲਾਇਆ ਹੋਵੇ ਤਾਂ ਤੁਹਾਨੂੰ ਪਤਾ ਹੋਊਗਾ। ਅਸੀਂ ਮਗਰਲੇ ਪਾਰਕਾਂ 'ਚ ਵਾਗੇ ਗੱਡੀਆਂ ਫੇਰਦੇ ਚਲਾਈਆਂ। ਮੈਨੂੰ ਦਿੱਲੀੋਂ ਰਾਤ ਨੂੰ ਫੋਨ ਆਇਆ ਕਿ ਵੱਡੇ ਅਫਸਰ ਦਾ, ਕਹਿੰਦਾ ਪ੍ਰਧਾਨ ਜੀ ਬਠਿੰਡੇ ਵਾਲੀ ਲਾਈਨ ਤੋਂ ਸਾਰਾ ਸਟੇਸ਼ਨ ਵਿਹਲੇ ਨੇ। ਮੈਂ ਕਿਹਾ ਜੀ ਵਿਹਲੇ ਨੇ। ਮੈਨੂੰ ਉਹਨੇ ਦੁਬਾਰੇ ਕਿਹਾ ਵੀ ਨਹੀਂ, ਮੌੜ ਵਾਲਿਆਂ ਨੇ ਸਟੇਸ਼ਨ ਨਹੀਂ ਵਿਹਲਾ ਕਰਿਆ। ਮੈਂ ਕਿਹਾ ਵਿਹਲਾ ਕਰਾ ਦਈਏ। ਕਹਿੰਦਾ ਹਾਂ ਮਗਰਲੇ ਪਾਸੇ ਬਾਜੂ। ਮੈਂ ਉਸ ਲੀਡਰ ਨਾਲ ਗੱਲ ਕਰੀ ਵੀ ਕੀ ਕਾਰਨ ਕੀ ਹੈ। ਹੁਣੇ ਚੱਕੋ ਮੰਜਾ ਬਿਸਤਰਾ, ਹੁਣੇ ਮਗਰਲੇ ਪਾਰਕ 'ਚ ਬਾਜੂ। ਪਾਰਕ 'ਚ ਬਾਕੀ ਗੱਡੀਆਂ ਫੇਰ ਨਹੀਂ ਚਲਾਈਆਂ। ਖੇਤੀਬਾੜੀ ਮੰਤਰੀ, ਰੇਲ ਮੰਤਰੀ, ਇੱਕ ਮੰਤਰੀ ਹੋਰ ਤੇ ਬਾਕੀ ਬਹਿੰਦੇ ਨੇ ਉਹਨਾਂ ਦੇ ਸਾਰੇ ਸੈਕਟਰੀ ਜਿਹੜੇ ਵੱਡੇ ਵੱਡੇ ਦਿਮਾਗਾਂ ਵਾਲੇ ਨੇ। ਪਹਿਲੀ ਮੀਟਿੰਗ ਮੇਰੇ ਕਿਸਾਨੋਂ 7 ਘੰਟੇ ਚੱਲੀ। 7 ਘੰਟੇ ਗੱਲ ਕਿੱਥੇ ਅੜੀ ਸੀ। ਮੰਤਰੀ ਕਹਿੰਦੇ ਨੇ ਵੀ ਇੱਕ ਤਾਂ ਬਣਾ ਲਓ ਕਮੇਟੀ ਵੀ ਜਿਹੜੀ ਘੁੱਖ ਹੋਊਗੀ ਕਾਨੂੰਨਾਂ ਬਾਰੇ, ਤੇ ਇੱਕ ਸਾਨੂੰ 2 ਗੱਡੀਆਂ ਚੜਾਊ ਚਲਾ ਲੈਣ ਦਿਓ। ਐਵੇਂ ਆਖੀਏ ਅਸੀਂ ਕੁਛ 32 ਕਿਸਾਨ ਆਗੂਆਂ ਦੇ ਵਿੱਚੋਂ 8 ਆਗੂ ਅਸੀਂ ਅੜੇ ਹੋਏ ਸੀ ਵੀ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਇਹਨਾਂ ਦੀਆਂ ਚੜਾਊ ਗੱਡੀਆਂ ਚੱਲਣ ਦੀ। ਪਰ ਸਾਡਾ ਜਥੇਬੰਦੀਆਂ ਦਾ ਇੱਕ ਹੈ, ਅਸੀਂ ਕੋਈ ਗੱਲ ਵੀ ਕਰਦੇ ਸਰਬਸੰਮਤੀ ਨਾਲ ਕਰਦੇ। ਦੂਜੇ ਲੀਡਰ ਨੇ ਮੇਰੇ ਨਾਲ ਗੱਲ ਕਰੀ ਵੀ ਪ੍ਰਧਾਨ ਜੀ ਤੁਸੀਂ ਮੰਨੋ ਤੇ ਮਨਾਓ। ਮੈਂ ਕਿਹਾ ਵੀ ਚਲੋ ਚੰਗਾ। ਮੈਂ ਪਹਿਲਾਂ ਕਹਿੰਦਾ ਸੀ ਮੈਂ ਬਾਹਰ ਜਾ ਕੇ ਬਗਾਵਤ ਕਰੂੰ ਵੀ ਲੀਡਰਸ਼ਿਪ ਟਫਲਾ ਖਾ ਗਈ। ਚੱਲ ਜੋ ਮੇਰੇ ਆ ਕੇ ਕਹਿੰਦੇ ਨਹੀਂ ਵੀ ਤੂੰ ਮੰਨ। ਮੈਂ ਕਿਹਾ ਚੰਗਾ ਮੈਂ ਨਹੀਂ ਬਾਹਰ ਬੋਲਦਾ ਜਾ ਕੇ, ਮੈਂ ਤਾਂ ਚੁੱਪ ਬੈਠੂ। ਮੈਨੂੰ ਕਹਿੰਦੇ ਨਾ ਖੜਾ ਹੋ ਕੇ ਬੋਲ। ਮੰਤਰੀ ਹੈ ਨਹੀਂ ਸੀ, ਮੰਤਰੀ ਉੱਠ ਕੇ ਚਲੇ ਗਏ ਸੀ। ਉਹ ਕਮਰਾ ਵੱਡਾ ਹਾਲ ਸਾਨੂੰ ਦਿੱਤਾ ਸੀ ਗੱਲਬਾਤ ਵਾਲਾ। ਮੈਨੂੰ ਕਹਿੰਦੇ ਵੀ ਕੀ ਗੱਲ ਆ। ਮੈਂ ਕਿਹਾ ਇਹ ਪਤਾ ਲੱਗ ਜੇ ਵੀ ਇਹਨਾਂ ਨੇ ਆਪਦੇ ਵਿਚਾਰ ਪਾਸੇ ਰੱਖ ਕੇ ਕੁਛ ਕਰਨਾ ਚਾਹੁੰਦੇ ਨੇ। ਪ੍ਰਧਾਨਗੀ ਰਾਤਿਆਲ ਦੀ ਹੋਈ, ਮੀਟਿੰਗਾਂ ਹੋਣੀਆਂ ਸ਼ੁਰੂ ਹੋ ਗਈਆਂ। ਉਸ ਮੌਕੇ 8ਵੇਂ ਦਿਨ ਮੀਟਿੰਗ ਹੁੰਦੀ ਸੀ।
ਤੁਹਾਡੇ ਚੇਤੇ ਹੋਣਾ ਚਾਹੀਦਾ ਹੈ, ਮੋਟਰਸਾਈਕਲ ਮਾਰਚ ਕਰਿਆ, ਉਹ ਮੀਟਿੰਗ ਦੇ ਵਿੱਚ ਤੈਅ ਹੋਇਆ। ਟਰੈਕਟਰ ਮਾਰਚ ਕਰਿਆ, ਉਹ ਮੀਟਿੰਗ ਦੇ ਵਿੱਚ ਤੈਅ ਹੋਇਆ। ਭਾਰਤ ਬੰਦ ਕਰਿਆ, ਉਹ ਮੀਟਿੰਗ ਦੇ ਵਿੱਚ ਤੈਅ ਹੋਇਆ। ਫਿਰ ਫੈਸਲਾ ਕਰ ਲਿਆ ਵੀ ਸਰਕਾਰ ਮੰਨਦੀ ਨਹੀਂ ਦਿੰਦੀ, ਪੰਜਾਬ ਦੇ ਵਿੱਚ ਜਿੰਨੀਆਂ ਵੀ ਰੇਲਾਂ ਚੱਲਦੀਆਂ ਉਹ ਰੇਲਾਂ ਨੂੰ ਰੋਕਿਆ ਜਾਵੇ, ਲੰਮੇ ਸਮੇਂ ਲਈ ਸੰਘਰਸ਼ ਨੂੰ ਮਤਲਬ ਤੇਜ਼ ਕੀਤਾ ਜਾਵੇ। ਤੁਹਾਡੇ ਸਾਰਿਆਂ ਦੇ ਚੇਤੇ ਉਹਨਾਂ ਦੇ 2-3 ਫੈਸਲੇ ਕਰੇ ਸੀ ਵੀ ਇੱਕ ਰੇਲਾਂ ਰੋਕਾਂਗੇ, ਇੱਕ ਜਿਹੜੇ ਆਹ ਸੜਕਾਂ ਦੇ ਟਿਊਬਵੈੱਲ ਲੱਗੇ ਨੇ ਉਹਨਾਂ ਤੋਂ ਪਰਚੀ ਕੱਟਣੋਂ ਹਟਾਵਾਂਗੇ, ਇੱਕ ਵੱਡੇ ਜਿਹੜੇ ਮਾਲ ਨੇ, ਜਿਹੜਾ ਇੱਕ ਮਾਲ ਖੁੱਲ੍ਹ ਜੇ 1000 ਦੁਕਾਨ ਬੰਦ ਕਰ ਦਿੰਦਾ, ਉਹਨਾਂ ਦੇ ਬਾਹਰ ਕੇ ਬੈਠਾ। ਜਦੋਂ ਇਹ ਅੰਦੋਲਨ ਪੰਜਾਬ 'ਚ ਸ਼ੁਰੂ ਹੋਇਆ ਤਾਂ ਪੰਜਾਬ ਸਰਕਾਰ ਦੀ ਵੀ ਹਲਚਲ ਹੋਈ। ਉਹਦੀ ਹਲਚਲ ਨੇ ਮੀਟਿੰਗ ਸੱਦੀ ਸਾਡੀ ਇੱਕ ਕੈਪਟਨ ਸਾਹਿਬ ਨੇ। ਉਹ ਮੀਟਿੰਗ ਦੇ ਵਿੱਚ ਇਹੀ ਜ਼ੋਰ ਦੇ ਕੇ ਗੱਲ ਕਹੀ ਗਈ ਵੀ ਤੁਸੀਂ ਗੱਡੀਆਂ ਨਾ ਰੋਕੋ। ਅਸੀਂ ਪੰਜਾਬ ਸਰਕਾਰ ਨੂੰ ਕਿਹਾ ਹੋਰ ਤਾਂ ਸਾਰਾ ਕੁਛ ਅਸੀਂ ਕਰਕੇ ਦੇਖ ਲਿਆ, ਮੋਟਰਸਾਈਕਲ ਮਾਰਚ ਕਰ ਲਿਆ, ਟਰੈਕਟਰ ਮਾਰਚ ਕਰ ਲਿਆ, ਭਾਰਤ ਚੱਕਾ ਬੰਦ ਕਰਤਾ, ਹੋਰ ਸਾਡੇ ਕੋਲੇ ਰਸਤਾ ਹੀ ਕੋਈ ਨਹੀਂ। ਅਸੀਂ ਪੰਜਾਬ ਸਰਕਾਰ ਤੇ ਇੱਕ ਸ਼ਰਤ ਰੱਖੀ ਵੀ ਤੂੰ ਆਪਦਾ ਜਲਾਸ ਸੱਦ ਕੇ ਵਿਧਾਨ ਸਭਾ ਦਾ ਤੂੰ ਉਹਦੇ ਵਿੱਚ ਕਾਨੂੰਨ ਪਾਸ ਕਰ ਦੇ ਵੀ ਮੈਂ ਤਿੰਨੇ ਕਾਨੂੰਨ ਰੱਦ ਕਰਤੇ ਤੇ ਬਿਜਲੀ ਐਕਟ ਉਹ ਰੱਦ ਕਰਤਾ, ਜਿਹੜਾ ਕਿਸਾਨਾਂ ਤੇ ਪਰਾਲੀ ਫੂਕਣ ਦਾ ਜੁਰਮਾਨਾ ਹੈ ਉਹ ਰੱਦ ਕਰਤਾ। ਇਹ ਕਸੂਡਾ ਲੜਨ ਵਾਲੇ ਲੋਕਾਂ ਦਾ ਪੰਜਾਬ ਸਰਕਾਰ ਤੇ ਦਬਾਅ ਸੀ। ਸਰਕਾਰ ਨੇ ਫੇਰ ਸਾਡੇ ਕੋਲੇ ਗੱਲ ਰੱਖੀ ਵੀ ਤੁਸੀਂ ਰੇਲਾਂ ਛੱਡੋ। ਸਾਨੂੰ ਵੀ ਪਤਾ ਲੱਗ ਗਿਆ ਲੀਡਰਾਂ ਨੂੰ। ਅਸੀਂ ਫੈਸਲਾ ਕਰ ਲਿਆ ਆਪਣੀ ਮੀਟਿੰਗ ਦੇ ਵਿੱਚ ਵੀ ਸਾਨੂੰ ਮਾਲ ਗੱਡੀਆਂ ਛੱਡ ਦੇਣੀਆਂ ਚਾਹੀਦੀਆਂ। ਸਾਨੂੰ ਪਤਾ ਸੀ ਵੀ ਸਾਨੂੰ ਵੇਹ ਨਹੀਂ ਆਉਣੀ, ਸਾਨੂੰ ਪਤਾ ਸੀ ਸਾਡਾ ਪਰਚੂਨ ਦਾ ਸਮਾਨ ਨਹੀਂ ਆਉਣਾ, ਲੋਕਾਂ ਨੂੰ ਤਕਲੀਫ ਆਉ। ਅਸੀਂ ਪੰਜਾਬ ਸਰਕਾਰ ਨਾਲ ਸਮਝੌਤਾ ਕਰਕੇ ਮਾਲ ਗੱਡੀਆਂ ਛੱਡ ਕੇ ਅਸੀਂ ਸਟੇਸ਼ਨਾਂ ਤੇ ਬਹਿ ਗਏ। ਸੈਂਟਰ ਸਰਕਾਰ ਨੇ ਸਿਰਫ 1.5 ਦਿਨ ਗੱਡੀਆਂ ਚਲਾਈਆਂ ਤੇ 62 ਗੱਡੀਆਂ ਆਈਆਂ ਮਾਲ ਦੀਆਂ ਭਰੀਆਂ ਹੋਈਆਂ ਤੇ 1.5 ਦਿਨ ਤੋਂ ਬਾਅਦ ਬੰਦ ਕਰਤੀ। ਉਹਨੂੰ ਇਹ ਲੱਗਿਆ ਵੀ ਜਿਹੜੀ ਲੀਡਰਸ਼ਿਪ ਦੋ ਕਰਮਾ ਪੰਜਾਬ ਦੀ ਲੜਨ ਵਾਲੀ ਲੀਡਰਸ਼ਿਪ ਪਿੱਛੇ ਹਟ ਗਈ ਵੀ ਇਹ ਕਿਸੇ ਚੱਕਰ 'ਚ ਫਸ ਗਈ। ਤੁਹਾਡੇ ਚੇਤੇ ਹੋਣਾ ਚਾਹੀਦਾ ਸੈਂਟਰ ਸਰਕਾਰ ਨੇ ਨਾਲ ਦੀ ਨਾਲ ਮਾਲ ਗੱਡੀਆਂ 1.5 ਦਿਨ ਬਾਅਦ ਬੰਦ ਕਰ ਦਿੱਤੀਆਂ। ਇਹ ਗੱਲਾਂ ਚੇਤੇ ਰੱਖਿਆ ਕਰੋ, ਯਾਦ ਰੱਖਿਆ ਕਰੋ। ਬਾਬਾ ਜੀ ਅੱਜ ਆਏ ਹੋ ਜੀ ਤੁਸੀਂ ਰੈਲੀ ਦੇ ਵਿੱਚ, ਕੀ ਸੰਬੋਧਨ ਦੇ ਵਿੱਚ ਵਿਸ਼ੇਸ਼ ਤੌਰ ਤੇ ਕਿਵੇਂ ਪਹੁੰਚੇ? ਵਿਸ਼ੇਸ਼ ਤੌਰ ਤੇ ਤੀਗਾ ਮੇਰਾ ਸੰਗਠਨ ਇਸ ਜ਼ਿਲ੍ਹੇ 'ਚ ਨਹੀਂ ਹੈਗਾ ਤੀਗਾ। ਮੈਂ ਮਤਲਬ ਆਪਣਾ ਮੈਨੂੰ ਇਹ ਕਹਿੰਦੇ ਵੀ ਅਸੀਂ 150 ਸਾਥੀ ਇਕੱਠਾ ਕਰਾਂਗੇ, ਸਾਡਾ ਤੁਸੀਂ ਸੰਗਠਨ ਬਣਾ ਜਾਓ। ਪਰ ਸਾਡੀ ਅੰਗ ਤੋਂ ਤਾਂ ਵੀ ਵਧੀਆ ਇਕੱਠ ਹੋ ਗਿਆ ਇਹਨਾਂ ਨੇ। ਉਹ ਜਿੰਨਾ ਮੈਂ ਸਾਰੀ ਗੱਲਬਾਤ ਕਰੀ ਆ, ਜਿਹੜਾ ਸਾਡਾ ਅੰਦੋਲਨ ਚੱਲਦਾ ਜਦੋਂ ਤੋਂ ਸ਼ੁਰੂ ਹੋਇਆ, ਕਿੱਥੇ ਕਿੱਥੇ ਅੰਦੋਲਨ ਨੂੰ ਦਿੱਕਤਾਂ ਆਈਆਂ, ਕਿਹਦੇ ਕੰਨਿਓ ਅੰਦੋਲਨ ਦੇ ਵਿੱਚ ਦਿੱਕਤ ਆਇਆ, ਉਹ ਮੈਂ ਸਾਰਾ ਅੱਜ ਸਟੇਜ ਤੋਂ ਸਪਸ਼ਟੀਕਰਨ ਕੀਤਾ, ਲੋਕਾਂ ਨੂੰ ਸੰਬੋਧਨ ਕੀਤਾ ਹੈਗਾ। ਅੰਦੋਲਨ ਸਾਡਾ ਲੰਮਾ ਚੱਲੂਗਾ ਹਜੇ। ਇਹੀ ਮੈਂ ਪ੍ਰੇਰਿਤ ਕਿਸਾਨਾਂ ਨੂੰ ਕਰਕੇ ਗਿਆਗਾ ਵੀ ਆਪਾਂ ਹਾੜੀ ਵੀ ਸਾਹਮਣੀ ਹੈ ਤੇ ਅੰਦੋਲਨ ਵੀ ਚਲਾਉਣਾ ਹੈਗਾ। ਚੱਲਣਾ ਲੰਮਾ ਅੰਦੋਲਨ ਨੇ ਹਜੇ। ਠੰਡੇ ਮਾਤੇ ਨਾਲ ਅੰਦੋਲਨ ਨੂੰ ਰੱਖਾਂਗੇ, ਠੰਡੇ ਮਤੇ ਨਾਲ ਚੱਲਾਂਗੇ। 26 ਤਰੀਕ ਵਾਲੀ ਜਿਹੜੀ ਘਟਨਾ ਹੋਈ ਸੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? 26 ਤਰੀਕ ਦਾ ਮੇਰਾ ਖਿਆਲ ਹੈ, ਜੇ ਤੁਸੀਂ ਮੇਰਾ ਭਾਸ਼ਣ ਸਟੇਜ ਤੋਂ ਸੁਣ ਲਿਆ ਹੋ, ਮੈਂ ਸਾਰਾ ਕਲੀਅਰ ਕਰਤਾ ਹੈ। ਉਹ 'ਚ ਅਸੀਂ ਹੁਣ ਨਿੱਜੀ ਨਾਂ ਕਿਸੇ ਦਾ ਲੈਣਾ ਨਹੀਂ, ਸਾਡਾ ਉਹ ਇੱਕ ਤਰ੍ਹਾਂ ਦੀ ਪਾਬੰਦੀ ਹੈ। ਕਿਸੇ ਨੇ ਕੁਛ ਕਰਤਾ
ਉਹ ਕੰਮ ਬਹੁਤ ਵੱਡਾ ਵਿਗੜ ਗਿਆ ਸੀਗਾ, ਬਹੁਤ ਹੀ ਜ਼ਿਆਦਾ ਵਿਗੜ ਗਿਆ ਸੀਗਾ, ਪਰ ਉਹ ਸਾਡਾ ਸਬੂਤ ਹੋ ਗਿਆ। ਹੁਣ ਕੋਈ ਵੀ ਲੜਦਾ ਹੈ, ਕਿਤੇ ਇਕੱਠ ਕਰਦਾ ਹੈ, ਕੋਈ ਵੀ ਕਰਦਾ ਹੈ, ਉਹ ਸਾਡੇ ਅੰਦੋਲਨ ਦੀ ਹਮਾਇਤ ਹੀ ਹੈ ਇੱਕ ਤਰ੍ਹਾਂ ਦੀ। ਕੋਈ ਵੀ ਕਰਦਾ ਹੈਗਾ, ਉਹ ਮੇਰੇ ਤੇ ਸਵਾਲ ਤੁਸੀਂ ਫੇਰ ਕਰੋਗੇ, ਉਹ ਸਾਡੇ ਅੰਦੋਲਨ ਅੱਜ ਵੀ ਜੇ ਇੱਥੇ ਇਕੱਠ ਜਿੰਨਾ ਵੀ ਹੋਇਆ ਅੰਦੋਲਨ ਦੀ ਹਮਾਇਤ ਹੈ। ਕਿਤੇ ਵੀ ਸਾਡਾ ਹੁਣ ਇਕੱਠ ਹੁੰਦਾ ਅੰਦੋਲਨ ਦੀ ਹਮਾਇਤ ਹੈ ਇੱਕ ਤਰ੍ਹਾਂ ਦੀ। ਹੁਣ ਮੇਰਾ ਖਿਆਲ ਹੈ ਵੀ ਪਹਿਲਾਂ ਵਾਲੀ ਗੱਲ ਨਹੀਂ ਹੋਣੀ, ਇੱਕ ਰਸੇ 'ਚ ਬੰਨੇ ਜਾਵਾਂਗੇ, ਹੁਣ ਚੱਲੂਗਾ ਕੰਮ ਦੀ। ਕੀ ਕਾਰਨ ਹੈ ਜੀ ਜਿਹੜਾ ਅੰਦੋਲਨ ਤੁਹਾਡਾ ਲੰਬਾ ਚੱਲੂਗਾ, ਉਹਦਾ ਕੀ ਕਾਰਨ ਹੈ? ਹਾਂ, ਇਹਦਾ ਕਾਰਨ ਇਹ ਹੈਗਾ, ਮਤਲਬ ਕਾਰਪੋਰੇਟਰ ਘਰਾਣੇ ਦੇ ਹੱਕ ਦੇ ਵਿੱਚ ਕਾਨੂੰਨ ਬਣੇ ਨੇਗੇ। ਇਹ ਖਾਸ ਜ਼ਿਆਦਾ ਮਾਰ ਕਿਸਾਨਾਂ ਅਤੇ ਮੱਧ ਵਰਗ ਨੂੰ ਪੈਣੇ, ਸ਼ਹਿਰੀ ਲੋਕਾਂ ਨੂੰ। ਇਹਦੀ ਮਜ਼ਦੂਰ ਤਾਂ ਪਹਿਲਾਂ ਹੀ ਰੋਟੀ ਤੋਂ ਵਾਂਝੇ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਮੱਧ ਵਰਗ ਜਿੰਨਾ ਚਿਰ ਜਾਗਦਾ ਨਹੀਂ, ਸਾਡੇ ਨਾਲ ਮੋਢੇ ਨਾਲ ਮੋਢਾ ਨਹੀਂ ਲਾਉਂਦਾ, ਚਾਹੇ ਉਹ ਆੜ੍ਹਤੀਏ ਹੋਣ, ਚਾਹੇ ਮੁਲਾਜ਼ਮ ਹੋਣ, ਚਾਹੇ ਦੁਕਾਨਦਾਰ ਹੋਣ, ਉਹਨਾਂ ਚਿਰ ਮਤਲਬ ਅੰਦੋਲਨ ਜਿੱਤਣਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਜੇ ਉਹ ਛੇਤੀ ਨਾਲ ਲੱਗ ਜਾਣ ਤਾਂ ਛੇਤੀ ਜਿੱਤ ਲਾਂਗੇ। ਲੰਮਾ ਇਹੀ ਚੱਲਣਾ ਜਿੰਨਾ ਚਿਰ ਸਾਰੇ ਲੋਕ ਉਹਦੇ ਵਿੱਚ ਸ਼ਾਮਲ ਨਹੀਂ ਹੁੰਦੇ, ਉਹ ਸਰਕਾਰ ਫਸੀ ਹੈ। ਮੈਂ ਕਹਿੰਦਾ ਇੱਕ ਬਾਂਹ ਸਾਡੇ ਹੱਥ 'ਚ ਆ ਮੋਦੀ ਦੀ, ਇੱਕ ਕਾਰਪੋਰੇਟਰ ਦੇ ਵਿੱਚ। ਕਾਰਪੋਰੇਟਰ ਘਰਾਣੇ ਨੇ ਪੈਸੇ ਲਾਏ ਨੇ ਉਹਦੇ ਇਲੈਕਸ਼ਨਾਂ ਦੇ ਉੱਤੇ, ਉਹਨਾਂ ਕਰਕੇ। ਸੁਣਿਆ ਅੱਜ ਮੈਂ ਗੱਲ ਕਰਕੇ ਜਾਣਾ ਪ੍ਰੈਸ ਵਾਲੇ, ਤੁਸੀਂ ਜਿੱਦੇ ਤਿੰਨੇ ਕਾਨੂੰਨ ਖਾਰਜ ਕਰ ਦੋ ਤਾਂ ਸਰਕਾਰ ਟੁੱਟੂਗੀ ਨਾ। ਕਿਵੇਂ ਮੰਨਦੇ ਹੋ ਜੀ ਤੁਸੀਂ, ਕਿਵੇਂ ਵੀ ਤੁਹਾਡੇ ਨਾਲ ਹੈ ਨਹੀਂ, ਜਦੋਂ ਕਿ ਸਾਰੇ ਤਾਂ ਤੁਹਾਡੇ ਨਾਲ ਆ ਲਗਭਗ? ਹਾਂ, ਪੈਸੇ ਪੱਖੋਂ ਨਾਲ ਮੱਧ ਵਰਗ ਸਾਡੇ ਨਾਲ, ਸਮਾਨ ਪਹੁੰਚਾਉਣ 'ਚ ਸਾਡੇ ਨਾਲ ਹੈ। ਹਾਜ਼ਰੀ ਕੰਮ ਹੈ, ਚਾਹੇ ਮੇਰੀ ਗੱਲ ਦਾ ਕੋਈ ਗੁੱਸਾ ਹੀ ਕਰਿਓ, ਹਾਜ਼ਰੀ ਕੰਮ ਹੈ। ਜਿੰਨੀ ਆੜ੍ਹਤੀਆਂ ਦੀ ਹਾਜ਼ਰੀ ਚਾਹੀਦੀ ਹੈ। ਹੁਣ ਅਸੀਂ ਇੱਕ ਪਿੰਡ 'ਚੋਂ 10 ਬੰਦੇ ਉੱਥੇ ਕਹਿਤਾ ਬਹਿ ਜਾਓ, ਕੀ ਕਿੰਨੇ ਸਾਡੇ ਸ਼ਹਿਰ ਨੇ? ਘੱਟੋ ਘੱਟ 30,000 35,000 ਪੰਜਾਬ ਦੇ ਆੜ੍ਹਤੀਆ ਕੰਮ ਕਰਦਾ, ਕਿ ਇੱਕ ਸ਼ਹਿਰ ਮਗਰ 10 ਆੜ੍ਹਤੀ ਨਹੀਂ ਉੱਥੇ ਬੈਠ ਸਕਦੇ। ਵਧੀਆ ਆਪਦਾ ਉਹ ਪਾਉਣ, ਸਾਡੇ ਮੂੰਹ ਤੰਬੂ ਲਾਉਣ, ਅੱਡ ਲਾਉਣ, ਆਪਦਾ ਅੱਡ ਸਾਰਾ ਕੰਮ ਚਲਾਉਣ। ਅੱਜ ਰੋਟੀ ਪਹਿਲਾਂ 30,000 ਆੜ੍ਹਤੀਆ ਕੰਮ ਕਰਦਾ, ਹੁਣ 2 ਆੜ੍ਹਤੀ ਆਉਣਗੇ, ਸਾਰਿਆਂ ਦੀ ਰੋਟੀ ਬੰਦ ਹੋਊ। ਕੀ ਆੜ੍ਹਤੀਆਂ ਦਾ ਉੱਥੇ ਜਾਣ ਦਾ ਹੱਕ ਬਣਦਾ ਨਹੀਂ ਹੈਗਾ? ਕਿਉਂ ਨਹੀਂ ਜਾਂਦੇ? ਜਾਣਾ ਚਾਹੀਦਾ। ਗਏ ਨੇ। ਲੱਗਦਾ ਵੀ ਜਿਹੜੇ ਆੜ੍ਹਤੀ ਉੱਥੇ ਨਹੀਂ ਜਾ ਰਹੇ, ਉਹ ਜਿਹੜੇ ਸੈਂਟਰ ਸਰਕਾਰ ਨੇ ਜਿਹੜੀਆਂ ਟੀਮਾਂ ਭੇਜੀਆਂ ਉਸ ਤੋਂ ਕਰਕੇ। ਹਾਂ, ਸਰਕਾਰ ਨੇ ਟੀਮਾਂ ਭੇਜੀਆਂ। ਮੈਂ ਉਹਦੀ ਮੇਰੀ ਟੀਮ ਲੱਗਾ ਗਈ ਸੀ, 6 ਮੈਂਬਰੀ ਮੈਂ ਟੀਮ ਭੇਜ ਦਿੱਤੀ। ਮਾਨਸਾ ਸਹੀ ਮਗਰ ਪਾ ਕੇ ਜਾ ਕੇ ਦਫ਼ਤਰ ਘੇਰ ਲੈਂਦੀ ਆ। ਮੈਨੂੰ ਨਹੀਂ ਪਤਾ ਇੱਥੇ ਲੋਕਾਂ ਨੇ ਕੀ ਕੰਮ ਕਰਿਆ ਗਿਆ। ਉਹਦੀ ਅਸੀਂ ਸਾਰੇ ਦਫ਼ਤਰ ਘੇਰੇ। ਮੈਂ ਜ਼ਿੰਮੇਵਾਰੀ ਲਈ ਵੀ ਤੁਹਾਡੀਆਂ ਕਿਤਾਬਾਂ ਕੋਈ ਚੱਕ ਕੇ ਲਿਆਊ, ਅਸੀਂ ਮੜਵਾਵਾਂਗੇ, ਸਾਡੀ ਜ਼ਿੰਮੇਵਾਰੀ ਹੈ। ਸੋਨੂੰ ਕੋਈ ਜੁਰਮਾਨਾ ਪਾਊ, ਅਸੀਂ ਜ਼ਿੰਮੇਵਾਰੀ ਲੈਣੇ ਜੁਰਮਾਨਾ। ਦੇਖੋ, ਮਾੜੀ ਜੀ ਗੱਲ ਤੋਂ ਡਰਨਾ, ਫਿਰ ਸਾਰਾ ਕਾਰੋਬਾਰ ਜਾਊ। ਹੁਣ ਤਾਂ ਕਿਤਾਬਾਂ ਹੀ ਗਈਆਂ, ਫਿਰ ਸਾਡਾ ਸਾਰਾ ਕਾਰੋਬਾਰ ਜਾਈ ਜਾਂਦਾ, ਸਾਡੀ ਆੜ੍ਹਤ ਬੰਦ ਹੋ ਗਈ, ਬੱਚੇ ਕਿਵੇਂ ਪਾਲਾਂਗੇ ਅਸੀਂ? ਸਾਨੂੰ ਲੜਾ ਰਹੇ ਨੇ। ਅੱਗੇ ਆੜ੍ਹਤੀਆ ਸਾਨੂੰ ਲੁੱਟਦੇ, ਸਾਡਾ ਕੀ ਲੁੱਟਦਾ ਆੜ੍ਹਤੀਆ? ਆੜ੍ਹਤੀਆ ਕਮਿਸ਼ਨ ਲੈਂਦਾ, ਗਾਹਾਂ ਤੋਂ ਲੈਂਦਾ, ਸਾਤੋਂ ਕੀ ਲੈਂਦਾ ਆੜ੍ਹਤੀਆ? ਸਾਡੀ ਤਾਂ ਬੈਂਕ ਹੈ। ਸਾਡਾ ਬੰਦਾ ਬਿਮਾਰ ਹੋ ਜਾਏ, ਅਸੀਂ ਫੋਨ ਕਰਦੇ, ਰਾਤ ਨੂੰ ਪੈਸੇ ਲੈ ਕੇ ਉੱਥੇ ਵਗ ਜਾਂਦਾ। ਸਾਡੇ ਨਾਲ ਚਲੋ ਸਾਡੇ ਟਕਰਾਅ ਹੈਗੇ ਨੇ, ਕੋਈ ਕਲਮ ਵੱਧ ਲੱਗ ਗਈ, ਵੱਧ ਘੱਟ ਤੋਲਿਆ ਗਿਆ, ਉਹ ਛੋਟੇ ਮਸਲੇ ਅਸੀਂ ਬਹਿ ਕੇ ਹੱਲ ਕਰ ਲਾਂਗੇ। ਪਰ ਮਾਰ ਕੇ ਨਵਾ ਦਿਓ, ਇੱਕ ਆਇਆ ਮੇਰੇ ਵਰਗਾ ਦਾ ਝੋਟੇ ਹੀ ਮਾਰ ਦਿਓ, ਵਿੱਚੇ ਚਮਚੂਆਂ ਮਰ ਜਾਣਗੀਆਂ। ਇਹਦਾ ਕਹਿੰਦੇ ਸਾਰੇ ਆੜ੍ਹਤੀਆਂ ਨੂੰ ਖਤਮ ਕਰ ਦਿਓ। ਸਾਡਾ ਆੜ੍ਹਤੀਆ ਕੀ ਲੁੱਟਦਾ? ਮੈਨੂੰ ਪੁੱਛਣਾ ਚਾਹੁੰਦਾ ਮੈਂ। ਜਿਹੜਾ ਬਾਰ-ਬਾਰ ਸਰਕਾਰ ਕਹਿੰਦੀ ਹੈ ਇਹ ਤਾਂ ਆੜ੍ਹਤੀਆਂ ਨੇ ਲੁੱਟ ਕੇ ਖਾ ਲਈ ਜੀ, ਇਹ ਤਾਂ ਆੜ੍ਹਤੀਆਂ ਕਿੰਨੇ ਲੋਕ ਕੰਮ ਕਰਦੇ ਨੇ? ਇੱਕ ਆੜ੍ਹਤੀਏ ਦੇ ਨਾਲ 5 ਬੰਦੇ ਕੰਮ ਕਰਦੇ ਨੇਗੇ। ਕਿੰਨੇ ਲੋਕ ਰੁਜ਼ਗਾਰ 'ਤੇ ਲੱਗੇ ਹੋਏ ਨੇ। ਉਹ ਰੁਜ਼ਗਾਰ ਸਾਰਾ ਭਾਰਤ ਦੀ ਸਰਕਾਰ ਖੋਣਾ ਚਾਹੁੰਦੀ ਹੈ। ਉਹ 2 ਬੰਦਿਆਂ ਦੇ ਹੱਥ 'ਚ ਦੇਣਾ ਚਾਹੁੰਦੀ ਹੈ। ਜਿੱਦਾਂ 2 ਬੰਦਿਆਂ ਦੇ ਹੱਥ 'ਚ ਆ ਗਿਆ, ਸਾਡਾ ਕਿਸਾਨਾਂ ਦਾ ਭਾਂਡਾ ਤਾਂ ਸਾਫ਼ ਹੈਗਾ ਹੀ ਹੈ। ਮੈਂ ਕਹਿੰਦਾ ਸਾਡੇ ਸਾਰੇ ਕਾਰੋਬਾਰ ਦਾ ਸਾਫ਼ ਹੈ। ਇੱਕ ਵੱਡਾ ਮੌਲ ਖੁੱਲ੍ਹ ਜੇ, ਭਾਵੇਂ ਆਪਣਾ ਬੰਦਾ ਹੀ ਖੋਲ੍ਹਦਾ, ਕੋਈ 1000 ਦੁਕਾਨ ਬੰਦ ਹੋ ਜਾਂਦੀ ਹੈ। ਕਿ ਦੂਜਿਆਂ ਨੇ ਰੋਟੀ ਨਹੀਂ ਖਾਣੀ? ਮੈਨੂੰ ਇਹ ਦੱਸੋ ਗੱਲ। ਇਸ ਕਰਕੇ ਸਾਡਾ ਮਤਲਬ ਲੜਾਈ ਹੈ, ਪੂਰੀ ਤਿੱਖੀ ਹੈ। ਜਿਵੇਂ ਟਕੈਤ ਸਾਹਿਬ ਦੇ ਬਿਆਨ ਆ ਜੀ, ਉਹ ਜਿਵੇਂ ਕੋਈ ਕਹਿੰਦੇ ਜੀ ਟਰੈਕਟਰ ਲੈ ਕੇ ਜਾਣ ਵਾਸਤੇ ਕਿਹਾ ਉਹਨਾਂ ਨੇ, ਕਰੋੜਾਂ ਟਰੈਕਟਰ ਦੀ ਗੱਲ ਕੀਤੀ ਜਾਂਦੀ। ਮੈਨੂੰ ਉੱਥੇ ਪਾਰਲੀਮੈਂਟ ਘੇਰਨ ਦੀ, ਮੈਨੂੰ ਉੱਥੇ ਪ੍ਰਸ਼ਨ ਉੱਥੇ ਮੇਰੇ ਸਵਾਲ ਕਰਤਾ। ਦੇਖੋ, ਮੈਂ ਪਹਿਲਾਂ ਸਟੇਜ ਤੋਂ ਬੋਲਿਆ, ਪਹਿਲਾਂ ਸਾਡੀ 32 ਜਥੇਬੰਦੀਆਂ ਮੀਟਿੰਗ ਹੁੰਦੀ ਹੈ, ਫਿਰ ਸੰਯੁਕਤ ਮੋਰਚੇ ਦੀ ਮੀਟਿੰਗ। ਜਿਹੜੀ ਗੱਲ ਉੱਥੇ ਪਾਸ ਹੋ ਗਈ ਉਹੀ ਮੰਨੀ ਜਾਂਦੀ ਹੈ। ਟਕੈਤ ਸਾਹਿਬ ਨੇ ਕਹਿਤਾ ਮੈਂ 40 ਲੱਖ ਟਰੈਕਟਰ ਲੈ ਕੇ ਜਾਵਾਂ, ਉੱਥੇ ਵੀ ਕਿਹਾ ਸੀ ਬਾਈ ਚਾਂਸ ਟਕੈਤ ਦੀ ਗੱਲ ਸੰਯੁਕਤ ਮੋਰਚੇ 'ਚ ਪਾਸ ਹੋ ਜਾਂਦੀ ਹੈ, ਫਿਰ ਟਰੈਕਟਰ 40 ਲੱਖ ਨਹੀਂ ਜਾਊਗਾ, ਫਿਰ ਤਾਂ ਗਿਣੇ ਨਹੀਂ ਜਾਣੇ। ਜੇ ਪਾਸ ਜਿੰਨਾ ਚਿਰ ਪਾਸ ਨਹੀਂ ਹੁੰਦੀ, ਮੈਂ ਇੱਥੇ ਕੁਛ ਕਹਿ ਜਾ ਨਹੀਂ, ਰੂਦ ਸਿੰਘ ਦੀ ਗੱਲ ਮੰਨੀ ਜਾਊਗੀ। ਜਿਹੜੀ ਉੱਥੇ ਤੁਹਾਡੀ ਪ੍ਰੈਸ ਨੂੰ ਕਹਿਤੀ ਅਸੀਂ ਗੱਲ, ਉਹ ਮੁਕੰਮਲ ਹੈ। ਬਸ ਇਹ ਸਾਡਾ ਇੱਕ ਅਸੂਲ ਹੈ। ਸਰ, ਤੁਸੀਂ ਜਿਹੜੀਆਂ ਲੋਕਲ ਮੀਟਿੰਗਾਂ ਕਰ ਰਹੇ ਹੋ, ਜਿਵੇਂ ਜਗਰਾਵਾਂ ਦੇ ਵਿੱਚ ਮਹਾਂ ਪੰਚਾਇਤ ਹੋਈ ਸੀ, ਇਸ ਨੂੰ ਲੈ ਕੇ ਅੱਗੇ ਵੀ ਮਹਾਂ ਪੰਚਾਇਤ ਹੋ ਸਕਦੀ ਹੈ ਪੰਜਾਬ ਵਿੱਚ? ਹਾਂ, ਸਾਰੇ ਕਰਾਵਾਂਗੇ। ਸਾਡਾ ਉੱਥੇ ਵੀ ਰੱਟਾ ਚੱਲਦਾ। ਹੁਣ ਮੈਂ ਪ੍ਰੈਸ ਤੋਂ ਵੀ ਨਹੀਂ ਮੁੱਕਰਦਾ। ਕੁਛ ਸਾਡੇ ਸਾਥੀ ਕਹਿੰਦੇ ਨੇ ਮਹਾਂ ਪੰਚਾਇਤਾਂ ਨਹੀਂ ਕਰਨੀਆਂ ਚਾਹੀਦੀਆਂ, ਕੁਛ ਕਹਿੰਦੇ ਨੇ ਵੀ ਕਰਨੀਆਂ ਚਾਹੀਦੀਆਂ। ਮੈਂ ਦੋਨਾਂ ਦੀ ਗੱਲ ਠੀਕ ਕਹਿੰਦਾ ਵੀ ਦੋਨੇ ਠੀਕ ਨੇ। ਉਹਨਾਂ ਨੂੰ ਚਿੰਤਾ ਵੀ ਇੱਥੇ ਨਾ ਘੱਟ ਜੇ, ਅਸੀਂ ਕਹਿੰਦੇ ਲੋਕਾਂ ਨੂੰ ਨਾਲ ਜ਼ਿਆਦਾ ਲਾ ਲਈਏ, ਦੋਨੇ ਠੀਕ ਹੈ। 26 ਜਨਵਰੀ ਦੀ ਘਟਨਾ ਤੋਂ ਬਾਅਦ ਕੋਈ ਫਰਕ ਪਿਆ ਜੀ? ਜਿਵੇਂ ਕੋਈ ਯੂਥ ਆ, ਜਿਹੜਾ ਯੂਥ ਇੱਕ ਪਾਸੇ ਹੈ ਨਾ, ਅੰਦੋਲਨ ਵਧੀਆ ਚੱਲਦਾ। ਯੂਥ ਸਾਡਾ ਯੂਥ ਕੋਈ ਘਟਿਆ ਨਹੀਂ।
ਐਵੇਂ ਕਹਿ ਦਈਏ ਯੂਥ ਉਵੇਂ ਚੁੱਕਰ ਗਿਆ। ਥੋੜਾ ਯੂਥ ਨੂੰ ਹੁੰਦਾ ਦੜਕੇ ਮਾਰਨਾ, ਛਾਲਾਂ ਮਾਰਨੀਆਂ, ਉਹਦੇ ਨਹੀਂ, ਜਿਹੜੀ ਕੋਈ ਰੈਲੀ ਯੂਥ ਦੀ ਹੋਈ ਆ ਪਿਛਲੇ ਦਿਨੀ ਤੇ ਥੋੜੇ ਧਿਆਨ 'ਚ ਹੀ ਆ ਵੀ ਉਹਨਾਂ ਨੇ ਕਿਸਾਨੀ ਦੀ ਗੱਲ ਹੀ ਕੀਤੀ। ਉਹਨਾਂ ਨੇ ਕਿਹਾ ਵੀ ਉੱਥੇ ਨਹੀਂ ਜਾਣਾ, ਬਾਰਡਰਾਂ ਤੇ ਨਹੀਂ ਜਾਣਾ, ਉਹਦੇ ਜਾਓ। ਮੈਂ ਉਹ ਪਹਿਲੇ ਦਿਨ ਕਹਿ ਗਿਆ ਸੀਗਾ, ਮੈਨੂੰ ਮੈਂ ਨਾਂ ਹੀ ਲੈ ਦੇਣਾ। ਮੈਨੂੰ ਕਹਿੰਦੇ ਵੀ ਜੇ ਲੱਖੇ ਨੇ ਇਕੱਠ ਕਰਿਆ, ਮੈਂ ਕਿਹਾ ਮੈਂ ਵਧਾਈ ਦੇ ਦੂੰਗਾ। ਉਹਨੇ ਇਕੱਠ ਕਰ ਲਿਆ, ਮੈਂ ਵਧਾਈ ਦੇ ਦਿੱਤੀ, ਵਧੀਆ ਕਰਿਆ ਇਕੱਠ, ਕੋਈ ਮਾੜਾ ਨਹੀਂ ਕਰਿਆ, ਸਹੀ ਕਰਿਆ। ਚਾਹੇ ਮੇਰੀ ਗੱਲ ਤੇ ਮੇਰੇ ਦੂਜੇ ਸਾਥੀ ਨਾ ਮੇਰੀ ਗੱਲ ਤੇ ਆਉਣ, ਲੱਖੇ ਨੂੰ ਉਸ ਦਾ ਕੀ ਹਿੱਸਾ ਬਣਨਾ ਚਾਹੀਦਾ। ਹੁਣ ਸਾਡੀਆਂ 32 ਜਥੇਬੰਦੀਆਂ, ਜੇ ਲੱਖਾ ਵੀ ਉਹਦਾ ਹਿੱਸਾ ਬਣਦਾ, ਲੱਖੇ ਕੋਲ ਲਾ ਲਓ ਨੌਜਵਾਨ 5-4 ਹਜ਼ਾਰ, ਉਹ ਕਹੀ ਮੈਂ ਤਾਂ ਇਹਦਾ ਬਾਬਰ ਦਾ ਹਿੱਸਾ ਬਣਨਾ, ਉਹ ਇੱਕ ਜਥੇਬੰਦੀ ਹੋਗੀ ਨਾ, ਫਿਰ ਲੱਖਾ ਇਕੱਲਾ ਕੋਈ ਕਦਮ ਨਹੀਂ ਚੱਕੂਗਾ, ਫਿਰ ਉੱਥੇ ਜਿਹੜਾ ਪਾਸ ਉਹੀ ਚੱਕੂਗਾ। ਨਹੀਂ, ਤੁਸੀਂ ਮੰਨਦੇ ਹੋ ਵੀ ਲੱਖੇ ਨੇ ਕਦਮ ਹੀ ਚੱਕਿਆ ਜਿਹੜਾ 26 ਜਨਵਰੀ ਦੀ ਘਟਨਾ ਨਾਲ? ਦੇਖੋ ਕਾਹਨ ਹੁਣ ਉਹ ਚੱਕਰ 'ਚ ਪਾਉਂਦੇ ਹੋ, ਰਹਿ ਨਹੀਂ ਦਿਓ, ਬਸ ਆਪ ਚੁੱਪੀ ਰਹੀ ਭਲੀ ਹੈ ਬਸ ਗੱਲ। ਕਾਹਨ ਮੈਂ ਵਧੀਆ ਕੰਮ ਚੱਲਦਾ ਹੈਗਾ, ਮੈਂ ਉਸ ਗੱਲ ਤੇ ਵਾਲਾ ਨਹੀਂ ਆਉਣਾ। ਜੋ ਲੜਦਾ ਠੀਕ ਹੀ ਆ ਬਸ। ਅਸੀਂ ਜਿੰਨਾ ਚਿਰ ਸਾਡੀ ਸਰਕਾਰ ਰਹੂਗੀ ਉਹਨਾਂ ਚੱਕਰ ਇਹਨੂੰ ਅਸੀਂ ਲਾਗੂ ਨਹੀਂ ਕਰ ਰਹੇ, ਪਰ ਸਾਨੂੰ ਪਤਾ ਹੈ, ਮੰਨ ਲਓ ਇਹ ਸਰਕਾਰ ਨਾਲ ਲਾਗੂ ਕਰੇ, ਹਜੇ ਅਸੀਂ ਤਾਂ ਕੋਈ ਸਰਕਾਰ ਨਹੀਂ ਬਣਾਉਣੀ। ਸਾਡੀ ਤਾਂ ਸੰਯੁਕਤ ਮੋਰਚੇ ਦੀ ਕੋਈ ਵਿਉਂਤਬੰਦੀ ਨਹੀਂ, ਅਸੀਂ ਸਰਕਾਰ ਬਣਾਉਣੀ ਹੈ। ਦੂਜੀ ਸਰਕਾਰ ਕਿਹੜਾ ਚੰਗੀ ਹੋਊ, ਜੇ ਉਦੋਂ ਮਾੜੀ ਆ ਗਈ ਫਿਰ ਅਸੀਂ ਦੁਬਾਰੇ ਲੜਾਂਗੇ। ਅਸੀਂ ਕਹਿੰਦੇ ਕਿ ਇਹਨਾਂ ਨੂੰ ਰੱਦ ਕਰੋ, ਫਿਰ ਦੇਖਾਂਗੇ ਗਾਹਾਂ ਬਣ। ਪ੍ਰਾਈਮ ਮੁੱਦੇ ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੂ ਖੇੜਾ ਦੀ ਰਿਪੋਰਟ।